हेलो दोस्तों, एक बार फिर मैं अपना चैनल लेके ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ। ਮੇਰੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ, जीनियस माइंड इंस्टीट्यूट। ਸਕਰੀਨ ਤੇ ਇਸ ਟਾਈਮ ਮੇਰਾ ਨੰਬਰ ਵੀ ਹੈ 9872536732 और मेरा खुद ਦਾ ਨਾਮ शिव कुमार। ਤੇ ਅੱਜ ਦਾ ਜਿਹੜਾ ਇੰਟਰਸਟਿੰਗ ਟੌਪਿਕ ਹੈ ਜੀ ਉਹ ਟੈਂਸ ਰਿਲੇਟਡ ਹੈ। ਸਭ ਤੋਂ ਪਹਿਲਾ ਇੰਗਲਿਸ਼ ਲੈਂਗੁਏਜ ਦਾ ਸਭ ਤੋਂ ਪਹਿਲਾ ਟੈਂਸ ਹੈ ਜਿਹੜਾ ਹੈਗਾ ਜੀ ਉਹ ਹੈਗਾ ਜੀ ਪ੍ਰੈਜ਼ੈਂਟ ਇਨਡੈਫੀਨਿਟ ਟੈਂਸ। ਪ੍ਰੈਜ਼ੈਂਟ ਇਨਡੈਫੀਨਿਟ ਟੈਂਸ ਦੇ ਅੰਦਰ ਜਿਹੜੀ ਆਪਾਂ ਪੰਜਾਬੀ ਲੈਂਗੁਏਜ ਦੀ ਆਪਾਂ ਗੱਲ ਕਰੀ ਜਾਵੇ ਤਾਂ ਇਸ ਦਾ ਜਿਹੜਾ ਮੀਨਸ ਹੈ ਦਾ ਹੈ, ਦੀ ਹੈ, ਦੇ ਹਨ। ਔਰ ਇਸ ਦੇ ਅੰਦਰ ਜਿਹੜੀ ਵਰਬ ਦੀ ਫਸਟ ਫਾਰਮ ਦੀ ਵਰਤੋਂ ਹੁੰਦੀ ਹੈ ਰਾਜੇ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੀ ਹੋਏਗਾ। ਇਸ ਵੀਡੀਓ ਦੇ ਅੰਦਰ ਜਿਹੜਾ ਮੈਂ ਪ੍ਰੈਜ਼ੈਂਟ ਡੈਫੀਨਿਟ ਟੈਂਸ ਦੱਸਣ ਜਾ ਰਿਹਾ ਤੁਹਾਨੂੰ ਬਹੁਤ ਸਾਰੇ ਬੱਚਿਆਂ ਨੂੰ ਇਸ ਦੇ ਬਾਰੇ ਪਤਾ ਹੋਏਗਾ, ਪਰ ਇਸ ਦੇ ਅੰਦਰ ਯੂਨੀਕ ਚੀਜ਼ ਹੈ। ਇਸ ਦੇ ਬਾਰੇ ਯੂਨੀਕ ਚੀਜ਼ ਹੈ ਕਿ ਜਿੱਥੇ ਆਪਣੀ ਹੈਬਿਟਸ ਹੋਵੇ, ਟਰੁੱਥ ਹੋਵੇ, ਰਿਪੀਟਡ ਐਕਸ਼ਨ ਹੋਵੇ, ਡੇਲੀ ਰੂਟੀਨ ਹੋਵੇ, ਫੀਲਿੰਗਸ ਹੋਣ, ਥੋਟਸ ਹੋਣ, ਉਸ ਦੇ ਅੰਦਰ ਪ੍ਰੈਜ਼ੈਂਟ ਡੈਫੀਨਿਟ ਕਿਸ ਵਰਡਸ ਦੇ ਨਾਲ ਕਿਸ ਤਰ੍ਹਾਂ ਆਪਾਂ ਯੂਜ਼ ਕਰਨਾ ਹੈ ਔਰ ਕਿੱਥੇ ਕਿੱਥੇ ਪ੍ਰੈਜ਼ੈਂਟ ਡੈਫੀਨਿਟ ਆਉਂਦਾ ਹੈ, ਇਹ ਸਾਰਾ ਆਪਾਂ ਇਸ ਵੀਡੀਓ ਦੇ ਲਾਸਟ ਤੱਕ ਦੱਸਾਂਗੇ ਤੁਹਾਨੂੰ। ਤਾਂ ਮੇਰੀ ਗੁਜ਼ਾਰਿਸ਼ ਹੈ ਸਾਰੇ ਬੱਚਿਆਂ ਨਾਲ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹੈ। ਤਾਂ ਮੈਂ ਫਿਰ ਦੁਬਾਰਾ ਤੋਂ ਰਿਪੀਟ ਕਰ ਰਿਹਾ ਕਿ ਆਪਾਂ ਪ੍ਰੈਜ਼ੈਂਟ ਡੈਫੀਨਿਟ ਅਗਰ ਪੰਜਾਬੀ ਦੇ ਮੀਨਸ ਦੀ ਮਤਲਬ ਪੰਜਾਬੀ ਦੇ ਅੰਦਰ ਜਿਹੜਾ ਇਸ ਦਾ ਅਰਥ ਹੈ ਉਸ ਦਾ ਵਰਡਸ ਤੁਹਾਡੇ ਸਾਹਮਣੇ ਨੇ ਕਿ ਉਹ ਦਾ ਹੈ, ਦੀ ਹੈ, ਦੇ ਹਨ। ਤਾਂ ਬੱਚੇ ਸਕੂਲ ਜਾਂਦੇ ਹਨ, ਜਿਵੇਂ ਐਗਜ਼ਾਮਪਲ ਦਿੱਤੀ ਹੋਈ ਹੈ ਤਾਂ ਉਸ ਦੀ ਇਨ ਦਾ ਐਂਡ ਆਫ ਦਾ ਸੈਂਟੈਂਸ ਤੁਹਾਡੇ ਕੋਲ ਕੀ ਲਿਖਿਆ ਹੋਇਆ ਦੇ ਹਨ। ਇਟ ਮੀਨਸ ਇਹ ਪ੍ਰੈਜ਼ੈਂਟ ਡੈਫੀਨਿਟ ਟੈਂਸ ਹੈ ਜਿਸ ਦੇ ਵਿੱਚ ਕੀ ਵਰਬ ਦੀ ਫਸਟ ਫਾਰਮ ਦੀ ਵਰਤੋਂ ਹੁੰਦੀ ਹੈ ਔਰ ਬੱਚਿਓ ਇਸ ਟੈਂਸ ਦੇ ਅੰਦਰ ਕੋਈ ਹੈਲਪਿੰਗ ਵਰਬ ਦੀ ਵਰਤੋਂ ਨਹੀਂ ਹੁੰਦੀ। ਇਨ ਅ ਸਿੰਪਲ ਸੈਂਟੈਂਸ ਲਾਈਕ ਸਿੰਪਲ ਸੈਂਟੈਂਸ ਦ ਚਿਲਡਰਨ ਗੋ ਟੂ ਸਕੂਲ, ਕੋਈ ਹੈਲਪਿੰਗ ਵਰਬ ਦੀ ਦੇਖੋ ਇੱਥੇ ਵਰਤੋਂ ਨਹੀਂ ਹੋਈ। ਵਰਬ ਦੀ ਫਸਟ ਫਾਰਮ ਹੈ ਗੋ ਤਾਂ ਉਸ ਦੀ ਵਰਤੋਂ ਹੋ ਰਹੀ ਹੈ। ਨੈਕਸਟ ਫੇਜ਼ ਦੇ ਅੰਦਰ ਆਪਾਂ ਗੱਲ ਕਰਦੇ ਹਾਂ ਜੀ, ਜਿਵੇਂ ਸਕਰੀਨ ਦੇ ਉੱਪਰ ਲਿਖਿਆ ਹੋਇਆ ਹੈ ਇਫ ਯੋਰ ਸਬਜੈਕਟ ਇਜ਼ ਅ ਸਿੰਗੂਲਰ ਦੈਨ ਵੀ ਯੂਜ਼ ਐਸ ਜਾਂ ਈ ਐਸ ਦੀ ਵਰਤੋਂ ਹੋਏਗੀ। ਐਸ ਜਾਂ ਈ ਐਸ ਵਿਦ ਦਾ ਫਸਟ ਫਾਰਮ ਆਫ ਦਾ ਵਰਬਸ, ਫਸਟ ਫਾਰਮ ਦੇ ਨਾਲ ਐਸ ਜਾਂ ਈ ਐਸ ਦੀ ਵਰਤੋਂ ਹੋਏਗੀ। ਕਿਹਦੇ ਅੰਦਰ ਬੱਚਿਓ, ਮੈਂ ਪਿਛਲੀ ਵੀਡੀਓ ਦੇ ਅੰਦਰ ਵੀ ਦੱਸਿਆ ਹੈ ਕਿ ਤੁਹਾਡੇ ਕੋਲ ਟੂ ਟਾਈਪ ਆਫ ਆ ਸਬਜੈਕਟ ਆਰ, ਦੋ ਤਰ੍ਹਾਂ ਦੇ ਸਬਜੈਕਟ ਹੁੰਦੇ ਨੇ, ਇੱਕ ਹੁੰਦਾ ਸਿੰਗੂਲਰ, ਇੱਕ ਹੁੰਦਾ ਪਲੂਰਲ। ਸਿੰਗੂਲਰ ਦੇ ਅੰਦਰ ਕੀ ਆ ਜਾਂਦਾ ਬੱਚਿਓ, ਯੈਸ ਹੀ, ਸ਼ੀ, ਇਟ, ਰਾਮ, ਸ਼ਾਮ ਨੇਮ ਆ ਜਾਂਦੇ ਨੇ, ਇੱਕ ਵਚਨ ਵਾਲੇ ਨੇਮ ਆ ਜਾਂਦੇ ਨੇ ਔਰ ਹੀ, ਸ਼ੀ, ਇਟ ਦੀਜ਼ ਆਰ ਦਾ ਸਿੰਗੂਲਰ ਸਬਜੈਕਟ। ਔਰ ਪਲੂਰਲ ਸਬਜੈਕਟ ਕਿਹੜੇ ਕਿਹੜੇ ਹੁੰਦੇ ਨੇ, ਦੇ, ਵੀ, ਯੂ, ਵੀ ਅਗੇਨ ਵੀ ਔਰ ਚਿਲਡਰਨ, ਬॉयਜ਼, ਗਰਲਸ ਦੀਜ਼ ਆਰ ਦਾ ਪਲੂਰਲ ਸਬਜੈਕਟ। ਹੁਣ ਆਪਾਂ ਗੱਲ ਕਰਦੇ ਹਾਂ ਜੇ ਕਿ ਤੁਹਾਡਾ ਸਬਜੈਕਟ ਸਿੰਗੂਲਰ ਹੈ, ਤੁਹਾਡਾ ਸਬਜੈਕਟ ਸਿੰਗੂਲਰ ਹੈ, ਉਸ ਦੇ ਨਾਲ ਜਦੋਂ ਤੁਸੀਂ ਵਰਬ ਦੀ ਫਸਟ ਫਾਰਮ ਦੀ ਵਰਤੋਂ ਕਰਨੀ ਹੈ ਤਾਂ ਵਰਬ ਦੀ ਫਸਟ ਫਾਰਮ ਸਿੰਗਲ ਨਹੀਂ ਆਏਗੀ, ਉਸ ਨਾਲ ਐਸ ਜਾਂ ਈ ਐਸ ਦੀ ਵਰਤੋਂ ਹੋਏਗੀ। ਜਿਵੇਂ ਲਾਈਕ ਐਗਜ਼ਾਮਪਲ ਹੈ ਹੀ ਪਲੇ ਹੈ ਤੁਹਾਡੇ ਸਾਹਮਣੇ, ਤਾਂ ਹੀ ਪਲੇ ਬੱਚਿਓ ਕਦੇ ਵੀ ਨਹੀਂ ਲਿਖਣਾ ਔਰ ਕਦੇ ਵੀ ਨਹੀਂ ਤੁਸੀਂ ਬੋਲਣਾ ਹੀ ਪਲੇ, ਤੁਸੀਂ ਬੋਲੋਗੇ ਹੀ ਪਲੇਜ਼। ਰਾਮ ਸਿੰਘ ਨਹੀਂ ਲਿਖੋਗੇ, ਰਾਮ ਸਿੰਘਸ ਲਿਖੋਗੇ। ਸੇਮ ਕਾइंड ऑफ है एंजलिन लाइक टी। फुल ਜਿਹੜਾ ਤੁਹਾਡਾ ਸੈਂਟੈਂਸ ਹੈ ਸਕਰੀਨ ਦੇ ਉੱਪਰ ਹੈ ਕਿ ਐਂਜਲਿਨ ਲਾਈਕਸ ਟੀ। ਲਾਈਕ ਦੇ ਨਾਲ ਐਸ ਦੀ ਵਰਤੋਂ ਹੋ ਰਹੀ ਹੈ ਆਨਸਰ ਦੇ ਵਿੱਚ। ਕਿਉਂ ਹੋ ਰਹੀ ਹੈ? ਕਿਉਂਕਿ ਐਂਜਲਿਨ ਸਬਜੈਕਟ ਸਿੰਗੂਲਰ ਹੈ। ਸਿਮਿਲਰ ਕਾइंड ऑफ ਆ ਸੈਕਿੰਡ ਸੈਂਟੈਂਸ ਹੈ ਰੋਕੀ ਕਾਲ ਦਾ ਡਾਕਟਰ। ਰੋਕੀ ਵੀ ਸਿੰਗੂਲਰ ਸਬਜੈਕਟ ਹੈ, ਇਸ ਕਰਕੇ ਕਾਲ ਦੇ ਨਾਲ ਕਾਲਸ ਆ ਜਾਏਗਾ। ਨੈਕਸਟ ਜਿਹੜੀ ਐਗਜ਼ਾਮਪਲ ਹੈ ਉਹ ਐਗਜ਼ਾਮਪਲ ਹੈਗੀ ਹੈ ਪਲੂਰਲ ਸਬਜੈਕਟ ਦੀ। ਪਲੂਰਲ ਸਬਜੈਕਟ ਮੇਰੇ ਕੋਲ ਇੱਥੇ ਕਿਹੜਾ ਹੈ, ਦੇ ਨਾਲ ਤੁਸੀਂ ਰਾਈਟਸ ਨਹੀਂ ਲਿਖ ਸਕਦੇ, ਦੇ ਨਾਲ ਤੁਹਾਨੂੰ ਰਾਈਟ ਹੀ ਲਿਖਣਾ ਪਏਗਾ। ਵਰਬ ਦੀ ਫਸਟ ਫਾਰਮ ਅਲੋਨ ਵਿਦਾਊਟ ਐਸ ਜਾਂ ਈ ਐਸ। ਲਾਈਕਸ ਨਹੀਂ ਲਿਖੋਗੇ ਤੁਸੀਂ, ਵੀ ਦੇ ਨਾਲ ਲਾਈਕ ਲਿਖਣਾ ਪਏਗਾ। ਵੀ ਲਾਈਕਸ ਮੂਵੀ ਨਹੀਂ, ਵੀ ਲਾਈਕ ਮੂਵੀ। ਨੈਕਸਟ ਐਗਜ਼ਾਮਪਲ ਹੈ ਜਿਹੜੀ ਤੁਹਾਡੀ ਇੰਗਲਿਸ਼ ਲੈਂਗੁਏਜ ਦਾ ਜਿਹੜਾ ਮਾਸਟਰਸ ਹੈ ਉਹ ਕਹਿੰਦੇ ਨੇ ਕਿ ਵੀ ਯੂਜ਼ ਡੂ ਡਜ਼ ਇਨ ਇੰਟੈਰੋਗੇਟਿਵ ਔਰ ਨੈਗੇਟਿਵ ਸੈਂਟੈਂਸ। ਡੂ ਡਜ਼ ਦੀ ਵਰਤੋਂ ਹੈ ਉਹ ਇੰਟੈਰੋਗੇਟਿਵ ਔਰ ਨੈਗੇਟਿਵ ਸੈਂਟੈਂਸ ਦੇ ਅੰਦਰ ਹੋਏਗੀ। ਹੈਲਪਿੰਗ ਵਰਡ ਲੱਗਣਗੇ ਜ਼ਰੂਰ, ਪਰ ਉਹ ਲੱਗਣਗੇ ਇੰਟੈਰੋਗੇਟਿਵ ਔਰ ਨੈਗੇਟਿਵ ਸੈਂਟੈਂਸ ਦੇ ਅੰਦਰ। ਆਓ ਦੇਖਦੇ ਹਾਂ ਕਿੱਦਾਂ ਲੱਗਦੇ ਨੇ ਜੀ। ਸਭ ਤੋਂ ਪਹਿਲਾਂ ਨੈਗੇਟਿਵ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਆਪਾਂ ਇੰਟੈਰੋਗੇਟਿਵ ਦੀ ਗੱਲ ਕਰਾਂਗੇ। ਨੈਗੇਟਿਵ ਦੇ ਅੰਦਰ ਜਿਹੜਾ ਆਪਣਾ ਸੈਂਟੈਂਸ ਹੈਗਾ ਉਹ ਹੈਗਾ ਜੀ ਸ਼ਿਵਿਕਾ ਪਲੇਜ਼ ਕੰਪਿਊਟਰ ਗੇਮ। ਦੇਖੋ ਬੱਚਿਓ, ਸ਼ਿਵਿਕਾ ਪਲੇਜ਼ ਦੇਖਣੀ ਹੈ ਆਪਾਂ ਕਿਹੜੀ ਫਾਰਮ ਹੈ। ਅਗਰ ਇਹ ਫਾਰਮ ਫਸਟ ਹੈ ਤਾਂ ਆਪਾਂ ਲਗਾਵਾਂਗੇ ਡੂ ਜਾਂ ਡਜ਼, ਪਰ ਅਗਰ ਆਪਣਾ ਸਬਜੈਕਟ ਸਿੰਗੂਲਰ ਹੈ ਤਾਂ ਡਜ਼ ਆਏਗਾ, ਡੂ ਨਹੀਂ ਆਏਗਾ। ਸਿਮਿਲਰ ਹੈ ਗਰਲਸ ਹੈ, ਗਰਲਸ ਦੇ ਨਾਲ ਹੁਣ ਤੁਸੀਂ ਦੇਖੋ ਐਗਜ਼ਾਮਪਲ ਦੇ ਅੰਦਰ ਇਹ ਜਿਹੜਾ ਸਬਜੈਕਟ ਹੈ ਗਰਲਸ ਹੈ ਉਹ ਪਲੂਰਲ ਹੈ ਤਾਂ ਡੂ ਔਰ ਡਜ਼ ਨੇ ਫਸਟ ਫਾਰਮ ਨੂੰ ਦੇਖ ਕੇ ਆਣਾ ਹੈ, ਪਰ ਗਰਲਸ ਨੂੰ ਦੇਖ ਕੇ ਸਿਰਫ ਡੂ ਲੱਗੇਗਾ, ਡਜ਼ ਦੀ ਵਰਤੋਂ ਨਹੀਂ ਹੋਏਗੀ। ਬੱਚਿਓ ਯਾਦ ਰੱਖਣਾ ਹੈ कि सिंगुलर सबजैक्ट के नाल डज,
और प्लूरल सब्जैक्ट के नाल डू लगेगा नैगेटिव दे अंदर। और सिमिलर काइंड ऑफ है इंटैरोगेटिव के अंदर भी इस तरह ही होना है। इंटैरोगेटिव की एग्जाम्पल देख लेंगे हैं, ही राइट्स अ ब्यूटीफुल पोइम। हुण देखो जी इंटैरोगेटिव च हैल्पिंग वर्ब फस्ट नंबर पर आ जाता है, ही सब्जैक्ट सिंगुलर है तो अपना जो आंसर है बनेगा वो डज ही राइट ए ब्यूटीफुल पोइम। इन द लास्ट वी हैव अ इंटैरोगेटिव साइन। यू किल अ स्नेक, यू किल अ स्नेक। हुण किल है देखो जी वर्ब की फस्ट फॉर्म है, पर सबजैक्ट नूं आपां नज़र रखनी है, सबजैक्ट दे प्लूरल सबजैक्ट है। यस द प्लूरल सबजैक्ट लगेगा अपना फिर डू। अगर इत्थे बच्चों ही किल ए स्नेक हुंदा तां डज आ जाना सी, क्योंकि ही है सिंगुलर सबजैक्ट है, पर इत्थे यू है प्लूरल सबजैक्ट है, तो इसलिए डू की वरतों की जाएगी। तो सेंटेंस बन जाएगा अपना डू यू किल अ स्नेक। हुण जिहड़ी बच्चों इंपॉर्टेंट थिंग्स ने इत्थों तक तो बच्चे सारी मोस्टली बुक्स के अंदर तुहानूं मिल जाते हैं, नोट्स वगैरह मिल जाते हैं, आप पढ़ भी लेंदे हैं तो याद भी कर लेंदे हैं। पर जिहड़ी इसके प्रेजेंट डेफिनेट टेंस है जिहड़ा वो प्रॉपर वे नाल करन दी बहुत ज़्यादा लोड़ है, क्योंकि स्पीकिंग के अंदर वैन एवर यू स्पीक अबाउट योर फीलिंग्स, जदों कदे भी तुसीं अपनी फीलिंग्स की गल करोगे, लाइक अ लव की गल करोगे, शी लव्स हिम, हेट की गल करोगे, ही हेट्स यू, लाइक की गल करोगे, दे लाइक देयर टीचर, दीज आर feelings words, love, hate, like, forgive, agree, promise, refuse, these are the words which write on your screen है ना, तुहानूं नज़र भी आ रहे होणगे। ये जिहड़े वर्ड्स ने ये प्रेजेंट इंडेफिनिट टेंस दी निशानियां ने राजे। जदों भी तुसीं स्पीक करोगे, जदों भी ये वर्ड बोलना है तो प्रेजेंट डेफिनेट के अंदर बोलिया जाएगा। इस दे नाल हैल्पिंग वर्ब की वरतों तुहाडी नामात्र ही होएगी। नैक्सट बच्चों देखते हैं थॉट्स, जिवें फीलिंग्स इंपॉर्टेंट सी, प्रेजेंट डेफिनेट टेंस के अंदर थॉट्स भी उन्ने इंपॉर्टेंट है। तुहाडी आई थिंक, जदों वर्ड आएगा आई थिंक इट इज़ वेरी कोस्टली, तो थॉट्स आ जाएगा। सिमिलर काइंड ऑफ रिपीटेड एक्शन है, जदों आपां काम नूं बार बार करते हैं या डेली करते हैं। लाइक मैं स्कूल जाता हाँ, एग्जाम्पल तुहाडे सामने है, ही गोज़ टू स्कूल, उस तो उपर एग्जाम्पल है दे कम हेयर एवरी डे, और रोज़ इत्थे आंदा है। रोज़ इत्थे आंदा मीनस रिपीटेड एक्शन है, डेली रूटीन का काम है। ही गोज़ टू स्कूल डेली, इट मीनस रोज़ होने वाला बच्चों काम है। रिपीटेड एक्शन है, बार बार काम हो रहा है, बार बार रिपीटेड एक्शन, डेली रूटीन। दिस मीनस तुहाडा जिहड़ा सेंटेंस हैगा वो हैगा प्रेजेंट इंडेफिनेट। नैक्सट है बच्चों अगर सच्चाई है, अगर सच्चाई है, फैक्ट है, तो तुसीं प्रेजेंट इंडेफिनिट टेंस की ही वरतों करनी है। मीनस वर्ब की फस्ट फॉर्म, कोई हैल्पिंग वर्ब नहीं। द अर्थ मूव्स राउंड द सन, द अर्थ मूव्स राउंड द सन तुहाडी फस्ट एग्जाम्पल है बच्चों, द अर्थ मूव्स राउंड द सन। धरती सूरज के आले दुआले घूमदी है, दी है, इट मीनस प्रेजेंट डेफिनेट टेंस है। बच्चों इस दी ट्रांसलेशन भी बड़ी आती है 6th 7th 8th क्लास के अंदर, 9th क्लास के अंदर ये ट्रांसलेशन वर्ड्स भी सेंटेंस है बहुत आता है। धरती सूरज के आले दुआले घूमदी है, तो कई बार बच्चे द अर्थ इज़ मूविंग कर देंगे ने, द अर्थ मूवड कर देंगे ने। पर याद रखना कि अगर सच्चाई वाले टेंस की ट्रांसलेशन भी आप कर रहे हैं तो वो फस्ट फॉर्म के नाल ही तुहाडी इंग्लिश ट्रांसलेशन होएगी। और अगर आप स्पीक भी करते हो और सच बोलते हो, कोई सच दसदे हो, किसी को स्टोरी बारे दसदे हो और सच है जिसनों चेंज नहीं किया जा सकता, तो प्रेजेंट डेफिनेट के अंदर ही दसी जाएगी। सिमिलर काइंड ऑफ नैक्सट सेंटेंस है इट कोस्ट 100 रुपीज़। तुहाडे कोई समान है, शर्ट है, शूज़ है, तुसीं उसकी कीमत दसन लगे हो, तो वह सच है, वो फैक्ट है, उसनों तुसीं चेंज नहीं कर सकते, वो तुसीं प्रेजेंट डेफिनेट के अंदर ही उसनों ब्रीफ करोगे। नैक्सट राजे परमानेंट सिचुएशन है, जदों कदे भी सिचुएशन परमानेंट होवे जिसनों चेंज नहीं किया जा सकता, वो प्रेजेंट डेफिनेट के अंदर ही होएगी। फॉर एग्जाम्पल आई वर्क एज अ क्लर्क, आई वर्क एज अ क्लर्क, इट इज़ अ परमानेंट जॉब। नाल ही उसने दसता भी ये परमानेंट जॉब है, मैं पक्का लग्या होया, क्लर्क मैं पक्का लग्या होया। इट मीनस ए परमानेंट सिचुएशन है। यू कैन स्पीक इन प्रेजेंट डेफिनेट वैन एवर यू हैव फेस परमानेंट सिचुएशन। जदों भी तुसी फेस अपना जड़ा फेस करो इस चीज़ नूं, अगर तुसी बोलन लगो किसी सिचुएशन के बारे जिसनों चेंज नहीं किया जा सकता बच्चों, तो वो प्रेजेंट डेफिनेट के अंदर ही तुसी उसनूं ब्रीफ करोगे। नैक्सट है जी स्टेट्स। स्टेट्स मीनस समथिंग स्टेइंग द सेम, जिसनों चेंज नहीं किया जा सकता। यह परमानेंट सिचुएशन तो थोड़ा जा वध के है। द रूम इज़ क्लीन, द रूम इज़ क्लीन, दिस बुक्स बिलोंग्स टू मी, यह जी किताबां मेरे नाल संबंधित ने। द रूम है जोड़ा यह साफ है,
ਇਹ ਕੀ ਨੇ ਸਟੇਟਸ ਨੇ, ਇਸ ਨੂੰ ਚੇਂਜ ਨਹੀਂ ਤੁਸੀਂ ਕਰ ਸਕਦੇ ਹੋ, ਤਾਂ ਇਹ ਪ੍ਰੈਜ਼ੈਂਟ ਇੰਡੈਫੀਨਿਟ ਦੇ ਅੰਦਰ ਹੀ ਰਹਿਣਗੀਆਂ ਇਹ ਜਿਹੜੀ ਸਿਚੁਏਸ਼ਨਸ ਹੈ ਜਾਂ ਸਪੀਕਿੰਗ ਦੇ ਅੰਦਰ ਜਾਂ ਟਰਾਂਸਲੇਸ਼ਨ ਦੇ ਅੰਦਰ। ਜਦੋਂ ਤੁਸੀਂ ਇਹਨਾਂ ਲਾਈਨਾਂ ਨੂੰ, ਇਹਨਾਂ ਸੈਂਟੈਂਸ ਨੂੰ ਤੁਸੀਂ ਬਣਾਓਗੇ ਜਾਂ ਬੋਲੋਗੇ ਤਾਂ ਤੁਸੀਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਅੰਦਰ ਹੀ ਇਹਨਾਂ ਨੂੰ ਸਪੀਕ ਕਰਨਾ ਹੈ। ਨੈਕਸਟ ਹੈ ਜੀ ਬੱਚਿਓ ਸਮ ਸਟੇਟ ਵਰਬਸ। ਇਹ ਜਿਹੜੇ ਸਟੇਟ ਵਰਬਸ ਜਦੋਂ ਕਦੇ ਵੀ ਆਉਣਗੇ ਸਪੀਕਿੰਗ ਦੇ ਅੰਦਰ ਜਾਂ ਰਾਈਟਿੰਗ ਦੇ ਅੰਦਰ ਜਾਂ ਤੁਸੀਂ ਰੀਡਿੰਗ ਕਰ ਰਹੇ ਹੋ ਤਾਂ ਇਹ ਸਟੇਟ ਵਰਬਸ ਦਾ ਖਿਆਲ ਰੱਖਣਾ ਹੈ। ਬੀ ਪਿਛਲੇ ਸੈਂਟੈਂਸ ਦੇ ਅੰਦਰ ਆਇਆ ਸੀ, ਇਜ਼ ਆਇਆ ਸੀ, ਦਾ ਰੂਮ ਇਜ਼ ਕਲੀਨ, ਬੱਚੇ ਉਹ ਬੀ ਸੀ। ਬੱਚੇ ਕਹਿਣਗੇ ਕਿ ਇਜ਼ ਹੈਲਪਿੰਗ ਵਰਬ ਲੱਗਿਆ, ਨਹੀਂ ਉੱਥੇ ਉਹ ਵਰਬ ਦੀ ਫਾਰਮ ਹੈ, ਬੀ ਤੋਂ ਬਣੀ ਹੋਈ ਹੈ ਉਹ। ਬੀ, ਬਲੀ, ਬਿਲੋਂਗ, ਕੰਟੇਨ, ਡਿਪੈਂਡਸ ਔਨ, ਡਿਜ਼ਰਵ, ਐਗਜ਼ਿਸਟ, ਹੇਟ, ਨਾਓ, ਲਾਈਕ, ਲਵ, ਮੈਟਰ, ਮੀਨ, ਔਨ, ਨੀਡ, ਪ੍ਰੈਫਰ। ਪ੍ਰੈਫਰ ਬੱਚਿਓ ਬੜਾ ਜ਼ਬਰਦਸਤ ਵਰਡ ਹੈ ਪ੍ਰੈਫਰ। ਪ੍ਰੈਫਰ ਮੈਂ ਜਦੋਂ ਵੀ ਕਦੇ ਪ੍ਰਪੋਜੀਸ਼ਨ ਦੀ ਵੀਡੀਓ ਬਣਾਵਾਂਗਾ ਤਾਂ ਉਸ ਦੇ ਅੰਦਰ ਦੱਸਾਂਗਾ ਤੁਹਾਨੂੰ ਪ੍ਰੈਫਰ, ਜੂਨੀਅਰ, ਸੀਨੀਅਰ, ਸੁਪੀਰੀਅਰ, ਥੀਸ ਆਰ ਦਾ ਸਿਮਿਲਰ ਵਰਡ। ਇਸ ਤੋਂ ਬਾਅਦ ਟੂ ਆਉਂਦਾ ਹੁੰਦਾ ਹੈ, ਉਹ ਪ੍ਰਪੋਜੀਸ਼ਨ ਦੀ ਗੱਲ ਹੈ, ਪਰ ਇੱਥੇ ਆਪਾਂ ਗੱਲ ਕਰ ਰਹੇ ਹਾਂ ਪ੍ਰੈਜ਼ੈਂਟ ਡੈਫੀਨਿਟ ਦੀ। ਤਾਂ ਪ੍ਰੈਫਰ, ਰਿਮੈਂਬਰ, ਰਿਸੈਂਬਲ, ਸੀਮ, ਅੰਡਰਸਟੈਂਡ, ਥੀਸ ਆਰ ਦਾ ਸਟੇਟ ਵਰਡਸ। ਇਹ ਕਿਹੜੇ ਨੇ ਵਰਬਸ ਨੇ? ਸਟੇਟ ਵਰਬਸ ਨੇ, ਜਿਹਦੀ ਕਿ ਪ੍ਰੈਜ਼ੈਂਟ ਡੈਫੀਨਿਟ ਦੇ ਨਾਲ ਹੀ ਤੁਸੀਂ ਹਮੇਸ਼ਾ ਇਸ ਦਾ ਉਚਾਰਨ ਕਰੋਗੇ, ਰਾਈਟਿੰਗ ਲਿਖੋਗੇ, ਸਪੀਕਿੰਗ ਕਰੋਗੇ। ਇੱਥੇ ਇੱਕ ਹੋਰ ਖੂਬਸੂਰਤ ਵਰਡ ਰਿਸੈਂਬਲ ਆਇਆ ਹੈ। ਇਹ ਟਰਾਂਸਲੇਸ਼ਨ 'ਚ ਬੱਚਿਓ 5th 6th 7th 8th 9th 10th ਔਰ ਈਵਨ ਕਿ +1 +2 'ਚ ਵੀ ਹੋ ਸਕਦਾ ਹੈ ਕਿ ਉਸ ਦੀ ਸ਼ਕਲ ਉਸ ਦੇ ਪਿਤਾ ਨਾਲ ਮਿਲਦੀ ਹੈ। ਹਿਸ ਫੇਸ ਰਿਸੈਂਬਲ ਵਿਦ ਹਿਸ ਫਾਦਰ, ਹਿਸ ਫੇਸ ਰਿਸੈਂਬਲ ਵਿਦ ਹਿਸ ਫਾਦਰ, ਉਹਦੀ ਸ਼ਕਲ ਹੈ ਉਸਦੇ ਪਿਤਾ ਨਾਲ ਮਿਲਦੀ ਹੈ। ਇਹ ਵੀ ਯਾਦ ਰੱਖਣਾ ਹੈ ਰਾਜੇ, ਇਹ ਟਰਾਂਸਲੇਸ਼ਨ ਵੀ ਤੁਹਾਨੂੰ ਪ੍ਰੈਜ਼ੈਂਟ ਡੈਫੀਨਿਟ ਟੈਂਸ ਦੇ ਨਾਲ ਹੋ ਗਈ ਹੈ। ਤਾਂ ਇਸ ਤਰ੍ਹਾਂ ਨੈਕਸਟ ਜਿਹੜਾ ਹੈਗਾ ਜੀ ਉਹ ਫਿਰ ਤੁਹਾਨੂੰ ਇੱਕ ਵਾਰ ਦੱਸ ਰਿਹਾ ਹੈ ਕਿ ਪਰਮਾਨੈਂਟ ਕੁਆਲਿਟੀ ਹੈ। ਅਗਰ ਕਿਸੇ ਇਨਸਾਨ ਦੇ ਅੰਦਰ ਜਾਂ ਸਿਚੁਏਸ਼ਨ ਦੇ ਅੰਦਰ ਕੋਈ ਕੁਆਲਿਟੀ ਬਣਦੀ ਹੈ, ਪਰਮਾਨੈਂਟ ਹੈਗੀ ਹੈ, ਤਾਂ ਉਹ ਤੁਸੀਂ ਪ੍ਰੈਜ਼ੈਂਟ ਡੈਫੀਨਿਟ ਦੇ ਅੰਦਰ ਹੀ ਉਸ ਨੂੰ ਤੁਸੀਂ ਲਿਖੋਗੇ, ਰੀਡ ਕਰੋਗੇ ਜਾਂ ਸਪੀਕ ਕਰੋਗੇ। ਰਵੀ ਇਜ਼ ਵੈਰੀ ਹੈਂਡਸਮ, ਰਵੀ ਦੇ ਬਾਰੇ ਡਿਸਕ੍ਰਾਈਬ ਕਰਿਆ ਗਿਆ ਕਿ ਰਵੀ ਇੱਕ ਬੜਾ ਸੋਹਣਾ ਮੁੰਡਾ ਹੈ। ਜੇ ਸੋਹਣਾ ਮੁੰਡਾ ਹੈ ਜੀ ਰਵੀ, ਤਾਂ ਉਹ ਤੁਸੀਂ ਪ੍ਰੈਜ਼ੈਂਟ ਡੈਫੀਨਿਟ ਦੇ ਅੰਦਰ ਹੀ ਕਹਿਣਾ, ਉਹ ਸਿਚੁਏਸ਼ਨ ਚੇਂਜ ਨਹੀਂ ਹੋ ਸਕਦੀ। ਦੈਟ ਮੈਨ ਇਜ਼ ਐਨ ਈਡੀਅਟ, ਉਹ ਬੰਦਾ ਮੂਰਖ ਬੰਦਾ ਹੈ, ਮੂਰਖ ਇਨਸਾਨ ਹੈ, ਉਹ ਇੰਟੈਲੀਜੈਂਟ ਨਹੀਂ ਬਣ ਸਕਦਾ। ਪਰਮਾਨੈਂਟ ਸਿਚੁਏਸ਼ਨ ਹੈ, ਤਾਂ ਇਸ ਨੂੰ ਤੁਸੀਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਅੰਦਰ ਹੀ ਸਪੀਕ ਕਰੋਗੇ ਜਾਂ ਰਾਈਟ ਕਰੋਗੇ। ਠੀਕ ਹੈ ਬੱਚਿਓ, ਮੈਨੂੰ ਹੋਪ ਹੈ ਵੀ ਪ੍ਰੈਜ਼ੈਂਟ ਡੈਫੀਨਿਟ ਜਿਹੜਾ ਟੈਂਸ ਹੈ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਸੀ, ਜਿਹਦੇ ਅੰਦਰ ਸਮ ਸਪੈਸ਼ਲ ਵਰਡਸ ਨੇ ਪ੍ਰੈਜ਼ੈਂਟ ਡੈਫੀਨਿਟ ਦੇ ਅੰਦਰ ਜਿਹੜੇ ਉਸ ਪ੍ਰੈਜ਼ੈਂਟ ਟੈਂਸ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਨੂੰ ਬੜਾ ਹੀ ਔਸਮ ਬਣਾ ਰਹੇ ਨੇ। ਤਾਂ ਮੈਨੂੰ ਹੋਪ ਹੈ ਤੁਸੀਂ ਮੇਰੀ ਇਸ ਵੀਡੀਓ ਨੂੰ, ਮੇਰੇ ਇਸ ਟੌਪਿਕ ਨੂੰ ਪ੍ਰੈਜ਼ੈਂਟ ਡੈਫੀਨਿਟ ਦੇ ਨੂੰ ਜ਼ਰੂਰ ਲਾਈਕ ਕਰੋਗੇ। ਸਾਡਾ ਫੇਸਬੁੱਕ ਜਿਹੜਾ ਚੈਨਲ ਜੀਨੀਅਸ ਮਾਈਂਡ ਇੰਸਟੀਚਿਊਟ ਬਨੂੜ ਦੇ ਨਾਂ ਤੋਂ ਹੈ ਜੀ, ਅਤੇ ਅਸੀਂ ਇੰਸਟਾਗ੍ਰਾਮ 'ਤੇ ਵੀ ਹੈਗੇ ਨੇ ਜੀ, ਜੀਨੀਅਸ ਮਾਈਂਡ ਇੰਸਟੀਚਿਊਟ ਮੋਹਾਲੀ। ਨੰਬਰ ਤੁਹਾਡੇ ਕੋਲ ਮੇਰਾ ਹੈ ਹੀ ਹੈ ਬੱਚਿਓ। ਇਫ ਯੂ ਹੈਵ ਅ ਫੇਸ ਐਨੀ ਕਾइंड ऑफ inquiry related to the present definite tense, you call me or WhatsApp me anytime। ਬਾਏ ਬਾਏ ਬੱਚਿਓ, ਫਿਰ ਮਿਲਾਂਗੇ ਆਪਣੀ ਨਵੀਂ ਵੀਡੀਓ ਦੇ ਨਾਲ।